ਸਤਿ ਸ਼੍ਰੀ ਅਕਾਲ ਜੀ। ਗਾਂਧੀ ਜੀ ਨੂੰ 1890s ਦੇ ਵਿੱਚ ਸਾਊਥ ਅਫਰੀਕਾ ਦੇ ਵਿੱਚ ਜਦੋਂ ਉਹਨਾਂ ਕੋਲੇ ਫਸਟ ਕਲਾਸ ਦੀ ਟਿਕਟ ਸੀ, ਸਟਿਲ ਉਹਨਾਂ ਨੂੰ ਬਾਹਰ ਕੱਢ ਦਿੱਤਾ ਗਿਆ ਕਿਉਂਕਿ ਉਹ ਫਸਟ ਕਲਾਸ 'ਚ ਬੈਠੇ ਸੀਗੇ। ਉਹਦਾ ਰੀਜ਼ਨ ਇਹ ਸੀਗਾ ਕਿ ਉਹ ਬਿਕੋਜ਼ ਸਾਊਥ ਅਫਰੀਕਾ ਦੀ ਸਰਕਾਰ ਜਦੋਂ ਅੰਗਰੇਜ਼ਾਂ ਵੱਲੋਂ ਉਸ ਟਾਈਮ ਤੇ ਡੋਮੀਨੇਟਡ ਹੁੰਦੀ ਸੀ ਤਾਂ ਉਹਨਾਂ ਨੇ ਕਿਹਾ ਕਿ ਮੈਨ ਆਫ ਕਲਰ ਹੈ ਤਾਂ ਇਸ ਕਰਕੇ ਤੁਸੀਂ ਫਸਟ ਕਲਾਸ 'ਚ ਟਰੈਵਲ ਨਹੀਂ ਕਰ ਸਕਦੇ। ਗਾਂਧੀ ਜੀ ਨੂੰ ਇਹ ਗੱਲ ਇੰਨੀ ਕੁ ਹਿੱਟ ਕੀਤੀ ਸਾਈਕੋਲੋਜੀਕਲੀ ਕਿ ਗਾਂਧੀ ਜੀ ਨੇ ਕਿਹਾ ਕਿ ਅੱਜ ਤੋਂ ਬਾਅਦ ਹੁਣ ਮੈਂ ਦੇਸ਼ ਦੀ ਆਜ਼ਾਦੀ ਲਈ ਲੜੂੰਗਾ, ਮੈਂ ਰੇਸਿਜ਼ਮ ਲਈ ਲੜੂੰਗਾ, ਮੈਂ ਆਪਣੀ ਆਈਡੈਂਟੀਟੀ ਲਈ ਲੜੂੰਗਾ। ਲੇਕਿਨ ਕਿੰਨਿਆਂ ਨੂੰ ਇਹ ਪਤਾ ਹੈ ਕਿ ਇੱਕ ਹੋਰ ਇਨਸਾਨ ਸੀ ਜਿਹਦੇ ਨਾਲ ਇਸ ਤੋਂ ਵੀ ਜ਼ਿਆਦਾ ਜੋ ਹੈ ਡਿਸਕ੍ਰਿਮੀਨੇਸ਼ਨ ਹੋਇਆ। ਜਦੋਂ ਉਹ ਇਨਸਾਨ ਛੋਟੇ ਸੀ, ਵੈਨ ਹੀ ਵਾਜ਼ ਲਾਈਕ 6 to 7 years of age, ਤਾਂ ਉਹਨਾਂ ਨੂੰ ਪਾਣੀ ਇਸ ਤਰੀਕੇ ਨਾਲ ਪਿਆਇਆ ਜਾਂਦਾ ਸੀਗਾ ਕਿ ਤੁਸੀਂ ਟੈਪ ਨੂੰ ਹੱਥ ਨਹੀਂ ਲਗਾਉਣਾ ਐਂਡ ਤੁਸੀਂ ਹੱਥ ਅੱਗੇ ਕਰਨੇ ਆ ਤੇ ਉੱਪਰੋਂ ਦੀ ਪੀਣ ਜਿਹੜਾ ਪਾਣੀ ਤੁਹਾਨੂੰ ਸਿੱਟੂਗਾ। ਤੋ ਕਿਉਂਕਿ ਅਗਰ ਤੁਸੀਂ ਪਾਣੀ ਟੈਪ ਤੇ ਹੱਥ ਲਗਾਓਗੇ ਤਾਂ ਤੁਸੀਂ ਟੈਪ ਨੂੰ ਇੰਪਿਓਰ ਕਰ ਦੋਗੇ ਐਂਡ ਕਈ ਵਾਰੀ ਜਦੋਂ ਪੀਣ ਨਹੀਂ ਹੁੰਦੇ ਸੀਗੇ ਤਾਂ ਉਹਨਾਂ ਨੂੰ ਪਾਣੀ ਨਹੀਂ ਮਿਲਦਾ ਸੀ। अरे ये क्या कर रहे हो? मुझे बहुत प्यास लगी है। मुझे बहुत प्यास लगी है। चलो हाथ बांधो, मैं पानी डालता हूँ। ਇਸ ਗੱਲ ਤੇ ਉਸ ਇਨਸਾਨ ਨੇ ਨੋ ਪੀਣ ਨੋ ਵਾਟਰ ਕਰਕੇ ਆਪਦਾ ਇੱਕ ਬਹੁਤ ਵੱਡਾ ਪ੍ਰੋਟੈਸਟ ਵੀ ਜਾਰੀ ਕੀਤਾ ਜਦੋਂ ਹੀ ਵਾਸ ਜਸਟ 6 to 7 years of age। ਤੁਹਾਨੂੰ ਕਿੰਨੇ ਲੋਕਾਂ ਨੂੰ ਇਹ ਗੱਲ ਪਤਾ ਹੈ ਕਿ ਜਦੋਂ ਤੁਸੀਂ ਕਿਤੇ ਜਦੋਂ ਇਹ ਇਨਸਾਨ ਕੰਮ ਕਰਨ ਗਏ ਕਿਤੇ ਤਾਂ ਇਹਨਾਂ ਨੂੰ ਹੋਟਲ ਨਹੀਂ ਮਿਲਿਆ ਜਸਟ ਬਿਕੋਜ਼ ਆਫ ਦ ਫੈਕਟ ਦੈਟ ਹੀ ਬਿਲੋਂਗ ਟੂ ਅ ਲੋਅਰ ਕਾਸਟ। ਤਾਂ ਇਹ ਕਿਸੇ ਹੋਰ ਬੰਦੇ ਦੀ ਮਤਲਬ ਕਿਸੇ ਹੋਰ ਰਿਲੀਜਨ ਨੂੰ ਇੰਪਰਸੋਨੇਟ ਕਰਕੇ ਇੱਕ ਹੋਟਲ ਦੇ ਵਿੱਚ ਚਲੇ ਜਾਂਦੇ ਹੈ ਐਂਡ ਉੱਥੇ ਰਹਿਣਾ ਸ਼ੁਰੂ ਕਰ ਦਿੰਦੇ ਹੈ। ਤਾਂ ਜਦੋਂ ਉਸ ਰਿਲੀਜਨ ਦੇ ਪਾਰਸੀ ਰਿਲੀਜਨ ਦੇ ਬੰਦਿਆਂ ਨੂੰ ਪਤਾ ਚੱਲਦਾ ਤਾਂ ਉਹ ਸੋਟੀਆਂ ਲੈ ਕੇ ਇਸ ਬੰਦੇ ਦੇ ਮਗਰ ਪੈ ਜਾਂਦੇ ਕਿ ਤੁਸੀਂ ਕਿਉਂ ਆਪਦਾ ਇੰਪਰਸੋਨੇਟ ਕੀਤਾ, ਤੁਸੀਂ ਕਿਉਂ ਸਾਡੇ ਧਰਮ ਨੂੰ ਆਪਣਾ ਧਰਮ ਮੰਨਿਆ ਐਂਡ ਉਹਨਾਂ ਨੂੰ ਬਾਹਰ ਕੱਢ ਦਿੱਤਾ ਜਾਂਦਾ ਹੈ। नालायक नीच धोखेबाज झूठे, तुम्हारी हिम्मत कैसे हुई पारसी नाम रखने की? हम जानते हैं कौन है तू एक हिंदू है पर एक अछूत है। कोई और जगह नहीं मिली क्या रहने के वास्ते? ये जगह कब तक खाली करेगा बोल? बस 1 हफ्ता और मुझे यहाँ रहने की मोहलत दीजिए, मैं तब तक दूसरी जगह ढूंढ लेता हूँ। बिल्कुल नहीं, बाहर निकल जाओ यहाँ से, सामान के साथ बाहर निकल जाना, वरना अगर आज रात तू यहाँ नजर आया इन डंडों से तेरा सर फोड़ डालेंगे, समझा? ਕਿੰਨੇ ਲੋਕਾਂ ਨੂੰ ਇਹ ਨਹੀਂ ਪਤਾ ਜਾਂ ਇਹ ਪਤਾ ਹੈ ਕਿ ਇਹ ਆਪਣੇ ਫਾਦਰ ਸਾਹਿਬ ਨੂੰ ਮਿਲਣ ਗਏ ਸੀਗੇ, ਸਤਾਰਾ ਰਹਿੰਦੇ ਹੁੰਦੇ ਸੀ। ਫਾਦਰ ਸਾਹਿਬ ਗੋਰੇਗਾਂਵ ਕੰਮ ਕਰਦੇ ਸੀ ਤੇ ਜਦੋਂ ਟ੍ਰੇਨ ਦੇ ਥਰੂ ਟ੍ਰੇਨ ਤੋਂ ਉਤਰੇ ਤਾਂ ਫਿਰ ਇੱਕ ਟਾਂਗੇ ਵਾਲਿਆਂ ਨੂੰ ਜਦੋਂ ਇਹਨਾਂ ਨੇ ਹਾਇਰ ਕੀਤਾ ਤਾਂ ਰਸਤੇ ਦੇ ਵਿੱਚ ਜਦੋਂ ਟਾਂਗੇ ਵਾਲੇ ਨੂੰ ਪਤਾ ਚੱਲਿਆ ਕਿ ਇਹ ਲੋਅਰ ਕਾਸਟ ਮਹਾੜ ਕਮਿਊਨਿਟੀ ਨੂੰ ਬਿਲੋਂਗ ਕਰਦੇ ਹੈ ਤਾਂ ਟਾਂਗੇ ਵਾਲੇ ਰਸਤੇ ਰਾਤ ਨੂੰ 2 ਵਜੇ ਛੋਟੇ ਛੋਟੇ ਬੱਚਿਆਂ ਨੂੰ ਬਾਹਰ ਸਿੱਟਤਾ ਕਿ ਤੁਸੀਂ ਜੋ ਹੈ ਹੁਣ ਆਪਣੇ ਆਪ ਹੀ ਜਾਓ ਆਪਦੇ ਫਾਦਰ ਕੋਲੇ, ਮੇਰੇ ਕੋਲੇ ਨਾ ਤੁਸੀਂ ਦੇਖੋ। ने मुझे बताया नहीं कि तुम अछूत हो, झूठ हो। तुम मेरी गाड़ी में सफर नहीं कर सकते। तुमने कपड़े इतने अच्छे पहने कि मैंने सोचा चाहो तो हम दुगने पैसे देंगे। दुगने तिगुने किसे चाहिए? अपवित्र नहीं होना चाहता मैं, समझे? ਇਹ 3 ਐਪੀਸੋਡਸ ਦੇ ਵਿੱਚ ਵੀ ਰੇਸਿਜ਼ਮ ਤਾਂ ਨਹੀਂ ਲੇਕਿਨ ਕਾਸਟ ਡਿਸਕ੍ਰਿਮੀਨੇਸ਼ਨ ਹਾਈਐਸਟ ਲੈਵਲ ਤੇ ਦੇਖਣ ਨੂੰ ਮਿਲੀ ਹੈ। ਇਹ ਇਨਸਾਨ ਇੰਡੀਆ ਦੇ 20th ਸੈਂਚੁਰੀ ਜਾਂ 21st ਸੈਂਚੁਰੀ ਦੇ ਸਭ ਤੋਂ ਇੰਟੈਲੀਜੈਂਟ, ਸਭ ਤੋਂ ਨੌਲੇਜੇਬਲ, ਸਭ ਤੋਂ ਪੜ੍ਹੇ ਲਿਖੇ, ਸਭ ਤੋਂ ਐਨਲਾਈਟਨਡ ਸੋਲ ਡਾਕਟਰ ਬੀ ਆਰ ਅੰਬੇਡਕਰ ਦੀ ਕਹਾਣੀ ਹੈ। ਡਾਕਟਰ ਬੀ ਆਰ ਅੰਬੇਡਕਰ ਸਾਡੇ ਦੇਸ਼ ਦੇ ਕਨਸਟੀਟਿਊਸ਼ਨ ਦੇ ਡਰਾਫਟਿੰਗ ਕਮੇਟੀ ਦੇ ਚੇਅਰਮੈਨ ਰਹੇ ਐਂਡ ਇਹਨਾਂ ਨੇ ਹਿੰਦੂ ਮੈਰਿਜ ਐਕਟ 1955 ਦੇ ਵਿੱਚ ਵੀ ਬਹੁਤ ਵੱਡਾ ਰੋਲ ਪਲੇ ਕੀਤਾ। ਅੱਜ ਹਿਸਟਰੀ ਮੇਕਰਸ ਦੇ ਵਿੱਚ ਆਪਾਂ ਡਾਕਟਰ ਬੀ ਆਰ ਅੰਬੇਡਕਰ ਦੀ ਕਹਾਣੀ ਬਾਰੇ ਜਲਦੀ ਪੜ੍ਹਾਂਗੇ। ਡਾਕਟਰ ਬੀ ਆਰ ਅੰਬੇਡਕਰ ਦਾ ਜਨਮ ਮਹਾਰਾਸ਼ਟਰ ਦੇ ਵਿੱਚ 1891 ਦੇ ਵਿੱਚ ਹੁੰਦਾ ਹੈ। ਇਹਨਾਂ ਦੀ ਕਮਿਊਨਿਟੀ ਮਹਾੜ ਕਮਿਊਨਿਟੀ ਹੈ ਜੋ ਉਸ ਏਰੀਆ ਦੇ ਡਿਪਰੈਸ ਕਲਾਸਿਸ ਦੀ ਕੈਟਾਗਰੀ ਦੇ ਵਿੱਚ ਕੰਸੀਡਰ ਕੀਤੀ ਜਾਂਦੀ ਹੈ। ਲੇਕਿਨ ਜਦੋਂ ਡਾਕਟਰ ਬੀ ਆਰ ਅੰਬੇਡਕਰ ਨਾਲ ਉਹ ਐਪੀਸੋਡਸ ਹੁੰਦੇ ਹੈ ਤਾਂ ਡਾਕਟਰ ਬੀ ਆਰ ਅੰਬੇਡਕਰ ਇੱਦਾਂ ਨਹੀਂ ਹੈ ਕਿ ਗਿਰ ਜਾਂਦੇ ਹੈ। ਹੀ ਫਾਈਟਸ ਦੀ odds ਐਂਡ ਹੀ ਸੇਜ਼ ਕਿ ਐਜੂਕੇਸ਼ਨ ਇਜ਼ ਦੀ ਅਲਟੀਮੇਟ ਥਿੰਗ ਜਿਹਦੇ ਨਾਲ ਉਹਨਾਂ ਨੂੰ ਆਜ਼ਾਦੀ ਮਿਲੂਗੀ ਐਂਡ ਹੀ ਸਟਾਰਟਸ ਟੂ ਫੋਕਸ ਔਨ ਕਲਟੀਵੇਟਿੰਗ ਹਿਜ਼ ਸਕਿੱਲਸ, ਕਲਟੀਵੇਟਿੰਗ ਹਿਜ਼ ਨੌਲੇਜ। ਡਾਕਟਰ ਬੀ ਆਰ ਅੰਬੇਡਕਰ ਮੁੰਬਈ ਦੇ ਐਲਫਿੰਸਟਨ ਕਾਲਜ ਦੇ ਵਿੱਚ ਆਪਣੀ ਗ੍ਰੈਜੂਏਸ਼ਨ ਕੰਪਲੀਟ ਕਰਦੇ ਹੈ ਐਂਡ ਹੀ ਇਜ਼ ਦ ਫਸਟ ਟੂ ਡੂ ਫਰੋਮ ਹਿਸ ਕਮਿਊਨਿਟੀ ਗ੍ਰੈਜੂਏਸ਼ਨ, ਮਤਲਬ ਕਾਲਜ ਤਾਂ ਛੱਡੋ, ਗ੍ਰੈਜੂਏਸ਼ਨ ਹੀ ਪਹਿਲੇ ਉਹ ਹੁੰਦੇ ਆਪਣੀ ਕਮਿਊਨਿਟੀ ਦੇ ਵਿੱਚ ਜੋ ਪਹਿਲਾਂ ਕੰਪਲੀਟ ਕਰਦੇ ਹੈ। ਆਫਟਰ ਵਿਚ ਡਾਕਟਰ ਅੰਬੇਡਕਰ ਜੋ ਹੈ ਇੱਕ ਸਕਾਲਰਸ਼ਿਪ ਪ੍ਰੋਗਰਾਮ ਰਾਜਾ ਆਫ ਬੜੌਦਾ ਇੱਕ ਸਕਾਲਰਸ਼ਿਪ ਪ੍ਰੋਗਰਾਮ ਚਲਾਉਂਦੇ, ਉਹਦੇ ਅੰਡਰ ਆਪਣੇ ਆਪ ਨੂੰ ਇਨਲਿਸਟ ਕਰਦੇ, ਉੱਥੋਂ ਉਹਨਾਂ ਨੂੰ ਪੈਸੇ ਮਿਲਦੇ ਆ। ਉਸ ਪੈਸੇ ਨਾਲ ਉਹ US ਦੀ ਸਭ ਤੋਂ ਟੌਪ ਦੀ ਯੂਨੀਵਰਸਿਟੀ ਕੈਂਬਰਿਜ ਯੂਨੀਵਰਸਿਟੀ ਦੇ ਵਿੱਚ ਆਪਣੀ ਇਕਨੋਮਿਕਸ ਦੀ ਪੋਸਟ ਗ੍ਰੈਜੂਏਸ਼ਨ ਕੰਪਲੀਟ ਕਰਦੇ ਆ।
ਉੱਥੇ ਇੱਕ ਇਹਨਾਂ ਦਾ ਥੀਸਿਸ ਦਾ ਜਿਹੜਾ ਪ੍ਰੋਗਰਾਮ ਹੁੰਦਾ ਉਹਨੂੰ ਨੈਸ਼ਨਲ ਡਿਵੀਡੈਂਡ ਆਫ ਇੰਡੀਆ ਕਿਹਾ ਜਾਂਦਾ ਹੈ, ਜਿਹਦੇ ਵਿੱਚ ਹੀ ਟਾਕਸ ਅਬਾਊਟ ਦ ਹਿਸਟਰੀ ਆਫ ਇੰਡੀਆ ਐਂਡ ਆਲਸੋ ਪੈਨਸ ਡਾਊਨ ਅ ਵੈਰੀ ਇੰਟਰਸਟਿੰਗ ਡਾਕੂਮੈਂਟ ਕਾਸਟ ਸਿਸਟਮ ਇਨ ਇੰਡੀਆ। ਉਸ ਤੋਂ ਬਾਅਦ ਇਹ ਲੰਡਨ ਸਕੂਲ ਆਫ ਇਕਨੋਮਿਕਸ ਦੇ ਵਿੱਚ ਆ ਜਾਂਦੇ ਆ, ਉੱਥੇ ਵੀ ਆਪਣੀ ਇਕਨੋਮਿਕਸ ਦੀ ਪੜ੍ਹਾਈ ਨੂੰ ਕੰਟੀਨਿਊ ਕਰਦੇ ਆ ਐਂਡ ਰੁਪੀ ਮਤਲਬ ਇੰਡੀਅਨ ਰੁਪੀ ਦੇ ਉੱਪਰ ਇਹ ਇੱਕ ਬਹੁਤ ਇੰਪੋਰਟੈਂਟ ਥੀਸਿਸ ਲਿਖਦੇ ਆ, ਦ ਫਿਊਚਰ ਦ ਪਾਸਟ ਆਫ ਇੰਡੀਅਨ ਰੁਪੀ। ਲੰਡਨ ਸਕੂਲ ਆਫ ਇਕਨੋਮਿਕਸ ਤੋਂ ਕਰਨ ਤੋਂ ਬਾਅਦ ਇਹ ਵਾਪਸ ਇੰਡੀਆ ਦੇ ਵਿੱਚ ਜਦੋਂ ਰਾਜਾ ਆਫ ਬੜੌਦਾ, ਕਿਉਂਕਿ ਉਹਨਾਂ ਨੇ ਪੈਸੇ ਲਗਾਏ ਸੀ, ਫਾਈਨੈਂਸਿਸ ਦਿੱਤੇ ਸੀ, ਉਹਨਾਂ ਦੇ ਅੰਡਰ ਇਹ ਕੰਮ ਕਰਨਾ ਸ਼ੁਰੂ ਕਰਦੇ ਐਜ਼ ਅ ਮਿਲਟਰੀ ਸੈਕਟਰੀ ਆਫ ਰਾਜਾ ਆਫ ਬੜੌਦਾ। ਲੇਕਿਨ ਅਗੇਨ ਜਿਵੇਂ ਮੈਂ ਦੱਸਿਆ ਕਿ ਬੜੌਦਾ ਦੇ ਵਿੱਚ ਇਹਨਾਂ ਨਾਲ ਜੋ ਡਿਸਕ੍ਰਿਮੀਨੇਸ਼ਨ ਹੁੰਦੀ ਹੈ ਉਹਦੇ ਕਰਕੇ ਹੀ ਗੋਜ਼ ਬੈਕ ਟੂ ਬੰਬੇ ਐਂਡ ਉੱਥੇ ਆਪਣੀ ਪੋਲੀਟੀਕਲ ਜਿਹੜੀਆਂ ਐਕਟੀਵਿਟੀਜ਼ ਹੈ ਉਹ ਸ਼ੁਰੂ ਕਰ ਦਿੰਦੇ, ਬਿਕੋਜ਼ ਇਹਨਾਂ ਨੂੰ ਪਤਾ ਲੱਗ ਜਾਂਦਾ ਹੈ ਕਿ ਜਦੋਂ ਤੱਕ ਇਹਨਾਂ ਦੀ ਕਮਿਊਨਿਟੀ ਨੂੰ ਆਈਡੈਂਟੀਟੀ ਨਹੀਂ ਮਿਲਦੀ, ਇਹਨਾਂ ਦੀ ਕਮਿਊਨਿਟੀ ਨੂੰ ਉਹ ਰੈਪੂਟੇਸ਼ਨ ਨਹੀਂ ਮਿਲਦੀ, ਤਾਂ ਇਹਨਾਂ ਦੇ ਨਾਲ ਤੇ ਇਹਨਾਂ ਵਰਗੇ ਹੋਰ ਲੋਕਾਂ ਦੇ ਨਾਲ ਸਮਾਜ ਡਿਸਕ੍ਰਿਮੀਨੇਟ ਕਰਦਾ ਰਹੇਗਾ। 1920 ਦੇ ਵਿੱਚ ਇੱਕ ਆਪਦਾ ਪੈਂਫਲੇਟ ਜਾਂ ਫਿਰ ਆਪਦਾ ਜਰਨਲ ਸ਼ੁਰੂ ਕਰਦੇ ਜਿਹਦਾ ਨਾਮ ਮੂਕ ਨਾਇਕ ਰੱਖਿਆ ਜਾਂਦਾ ਹੈ ਐਂਡ ਉਸ ਮੂਕ ਨਾਇਕ ਦੇ ਵਿੱਚ ਹੀ ਟਾਕਸ ਅਬਾਊਟ ਲੋਟ ਆਫ ਥਿੰਗਸ ਕਿ ਅਨਟੱਚੇਬਿਲਟੀ ਕਿਉਂ ਗਲਤ ਹੈ, ਅਨਟੱਚੇਬਿਲਟੀ ਕਿਉਂ ਮਾੜੀ ਹੈ। ਐਂਡ ਉਹਦੇ ਵਿੱਚ ਇੱਕ ਬੜੀ ਫੇਮਸ ਗੱਲ ਇਹ ਕਹਿੰਦੇ ਹੈ ਕਿ ਪੋਲੀਟੀਕਲ ਟਿਰਨੀ ਨਾਲੋਂ ਸੋਸ਼ਲ ਟਿਰਨੀ ਜ਼ਿਆਦਾ ਡੇਂਜਰਸ ਹੁੰਦੀ ਹੈ। ਸੋਸ਼ਲ ਟਿਰਨੀ ਦੇ ਖਿਲਾਫ ਜੋ ਆਵਾਜ਼ ਚੱਕਦੇ ਆ ਲੋਕ ਉਹ ज़्यादा करेजियस ਹੁੰਦੇ ਐਸ ਕੰਪੇਅਰ ਟੂ ਅ ਪੋਲੀਟੀਸ਼ੀਅਨ ਹੂ ਸਪੀਕਸ ਅਗੇਂਸਟ ਦ ਗਵਰਨਮੈਂਟ। ਕਹਿਣ ਦਾ ਮਤਲਬ ਹੈ ਕਿ ਸਮਾਜ ਦੇ ਜਿਹੜੇ ਰੂਲਸ ਹੈਗੇ ਹੈ ਉਹਨਾਂ ਦੇ ਖਿਲਾਫ ਆਵਾਜ਼ ਚੱਕਣਾ ज़्यादा ਜੋ ਹੈ ਕरेजियस ਕੰਮ ਹੈ ਐਸ ਕੰਪੇਅਰ ਟੂ ਜੋ ਪੋਲੀਟੀਸ਼ੀਅਨਸ ਜੋ ਰੂਲਸ ਐਸਟੈਬਲਿਸ਼ ਕਰਦੇ ਉਹਦੇ ਖਿਲਾਫ। तो एक बहुत ही ज़्यादा ज़बरदस्त गल मैनू ये लगती है एंड ये उस दे विच ही कहंदे कि रिलीजन इज़ नॉट फॉर मैन, मैन इज़ फॉर रिलीजन। सो कहने का भाव है कि आदमियों ने रिलीजन बनाया, रिलीजन ने आदमी नहीं बनाए। सो आपां कई बारी रिलीजन के उपर इन्ना फोकस करते हैं कि इंसानियत भुल जाने, इक्वैलिटी भुल जाने, लिबर्टी भुल जाने, फ्रटर्निटी भुल जाने, तो उस चीज़ नूं आपां नूं नहीं जो है भुलना चाहिए। 1927 ਦੇ ਵਿੱਚ ਇੱਕ ਮਹਾੜ ਦੇ ਵਿੱਚ ਇੱਕ ਮਾਹੌਲ ਇਹੋ ਜਿਹਾ ਬਣਦਾ ਹੈ ਕਿ ਉੱਥੇ ਇੱਕ ਵੈਲ ਹੁੰਦਾ ਜਿਹਦੇ ਵਿੱਚੋਂ ਪਾਣੀ ਲੈਣਾ ਹੁੰਦਾ, ਲੇਕਿਨ ਡਿਪਰੈਸ ਕਲਾਸਿਸ ਨੂੰ ਅਲਾਉ ਨਹੀਂ ਕੀਤਾ ਜਾਂਦਾ ਕਿ ਉਹ ਵੈਲ ਚੋਂ ਪਾਣੀ ਕੱਢ ਸਕਦੇ ਹੈ। तो जो डिप्रेस क्लासेस इन्होंने को जाते हैं तो यह एक सत्याग्रह लीड करते हैं जिसका बड़ा फेमस नाम है महाड़ सत्याग्रह। इस महाड़ सत्याग्रह के ही पब्लिकली बर्न्स मनुस्मृति। मनुस्मृति एक एंशियंट टैक्सट है जिहदे रूल्स रेगूलेशनस लॉज लिखे हुए हैं कि लोअर कास्ट को किवें बिहेव करना चाहिए है। ये पोल्यूशन प्योरिटी के प्रिंसिपल्स मैंशन किया है कि अगर लोअर कास्ट आ काम करता है तो वही आह पनिशमेंट है। लोअर कास्ट को हमेशा एक दायरे दे विच रहना चाहिए है एंड वो उस दायरे को ब्रीच नहीं करना चाहिए। तो XYZ इदां दी चीज़ां जिहड़ियां लिखियां हुई हैं। 1931 ਦੇ ਵਿੱਚ ਜਦੋਂ ਰਾਉਂਡ ਟੇਬਲ ਕਾਨਫਰੰਸ ਚੱਲਦੀ ਹੈ तो ये ਪਾਰਟਿਸਿਪੇਟ ਕਰਦੇ ਉਸ RTCs ਦੇ ਵਿੱਚ ਜੋ ਲੰਡਨ ਦੇ ਵਿੱਚ ਹੁੰਦੀ ਹੈ ਉੱਥੇ ਐਡਵੋਕੇਟ ਕਰਦੇ ਹੈ ਕਿ ਅਗਰ ਦਲਿਤਸ ਨੂੰ ਉਹਨਾਂ ਦੀ ਇੱਕ ਡਿਗਨਿਟੀ ਦੇਣੀ ਹੈ, ਅਗਰ ਦਲਿਤਸ ਨੂੰ ਉਹਨਾਂ ਦੀ ਰਾਈਟਸ ਦੇਣੀ ਹੈ तो ਦਲਿਤਸ ਨੂੰ ਪੋਲੀਟੀਕਲੀ ਐਮਪਾਵਰ ਕਰਨਾ ਬੜਾ ਜ਼ਰੂਰੀ ਹੈ। ਐਂਡ ਇਸ ਕਰਕੇ ਹੀ ਇਜ਼ ਸਟਰੋਂਗਲੀ ਐਡਵੋਕੇਟਿੰਗ ਕਿ ਆਪਾਂ ਜੋ ਹੈ ਸੈਪਰੇਟ ਇਲੈਕਟੋਰੇਟਸ ਦਲਿਤਸ ਲਈ ਵੀ ਲੈ ਕੇ ਆਈਏ। ਜਿੱਤੇ ਆਬਜੈਕਸ਼ਨ ਰੇਜ਼ ਕਰਦੇ ਹੈ ਇੰਡੀਆ ਦੇ ਫਾਦਰ ਆਫ ਦ ਨੇਸ਼ਨ ਮਹਾਤਮਾ ਗਾਂਧੀ। ਇਹ ਦੋਨੋਂ ਬੜੇ ਟਾਵਰਿੰਗ ਫਿਗਰਸ ਰਹੇ ਹੈ ਆਫ 19th ਸੈਂਚੁਰੀ ਇੰਡੀਆ। ਐਂਡ ਤੁਸੀਂ ਦੇਖੋ ਕਿ ਇਹਨਾਂ ਦੋਨਾਂ ਦੇ ਵਿੱਚ ਆਪਸ ਦੇ ਵਿੱਚ ਕਦੇ ਨਹੀਂ ਬਣੀ, ਡਿਬੇਟਸ ਰਹੀਆਂ ਐਂਡ ਇਹ ਲੜਾਈ ਝਗੜਾ ਦਾ ਮਾਹੌਲ ਇਹੋ ਜਿਹਾ ਬਣ ਜਾਂਦਾ ਹੈ ਕਿ ਫਾਈਨਲੀ ਪੂਨਾ ਦੇ ਵਿੱਚ ਇਹਨਾਂ 'ਚ ਸਮਝੌਤਾ ਹੁੰਦਾ, ਪੂਨਾ ਪੈਕਟ ਹੁੰਦਾ ਹੈ। ਲੇਕਿਨ ਡਾਕਟਰ BR ਅੰਬੇਡਕਰ ਹਮੇਸ਼ਾ ਹੀ ਗਾਂਧੀ ਜੀ ਤੇ ਦੇ ਆਈਡੀਆਜ਼ ਤੋਂ ਡਿਫਰ ਕਰਦੇ ਰਹੇ। ਇਨਫੈਕਟ 1936 ਦੇ ਵਿੱਚ ਜਾ ਕੇ ਇਹ ਗਾਂਧੀ ਜੀ ਦੇ ਆਈਡੀਆਜ਼ ਨੂੰ ਓਪਨਲੀ ਰਿਫਿਊਟ ਕਰਦੇ ਇਨ ਅ ਵੈਰੀ ਇੰਟਰਸਟਿੰਗ ਬੁੱਕ ਜਾਂ ਇਨ ਅ ਵੈਰੀ ਇੰਟਰਸਟਿੰਗ ਜਰਨਲ ਜੋ ਲਿਖਦੀ ਹੈ ਜਿਹਦਾ ਨਾਮ ਐਨੀਲੇਸ਼ਨ ਆਫ ਕਾਸਟ ਕਿਹਾ ਜਾਂਦਾ ਹੈ। ਇਸ ਐਨੀਲੇਸ਼ਨ ਆਫ ਕਾਸਟ ਦੇ ਵਿੱਚ ਹੀ ਆਰਗਿਊਜ਼ ਕਿ ਬਈ ਕਾਸਟ ਸਿਸਟਮ ਨੂੰ ਜੜ ਤੋਂ ਹੀ ਖਤਮ ਕਰ ਦੇਣਾ ਚਾਹੀਦਾ ਅਗਰ ਇੰਡੀਆ ਨੂੰ ਪ੍ਰੋਗਰੈਸ ਕਰਨਾ ਹੈ। ਔਨ ਦੀ ਅਦਰ ਹੈਂਡ ਗਾਂਧੀ ਜੀ ਕਹਿੰਦੇ ਸੀ ਕਿ ਨਹੀਂ, ਕਾਸਟ ਸਿਸਟਮ ਸਹੀ ਹੈ ਫॉर ਸਟੇਬਿਲਿਟੀ ਆਫ ਦ ਸੋਸ਼ਲ ਆਰਡਰ, ਲੇਕਿਨ ਇਹਨਾਂ ਦਾ ਆਈਡੀਆ ਸੀਗਾ ਕਿ ਨਹੀਂ, ਜਾਤ ਪਾਤ ਬਿਲਕੁਲ ਖਤਮ ਹੋ ਜਾਣਾ ਚਾਹੀਦਾ ਅਗਰ ਦੇਸ਼ ਨੂੰ ਅੱਗੇ ਪ੍ਰੋਗਰੈਸ ਕਰਨਾ ਹੈ। 1936 ਦੇ ਵਿੱਚ ਪ੍ਰੋਵਿੰਸ਼ੀਅਲ ਇਲੈਕਸ਼ਨਸ ਹੁੰਦੀਆਂ ਐਂਡ ਇਹਨਾਂ ਪ੍ਰੋਵਿੰਸ਼ੀਅਲ ਇਲੈਕਸ਼ਨਸ ਦੇ ਵਿੱਚ ਇਹ ਪਾਰਟਿਸਿਪੇਟ ਕਰਦੇ ਹੈ ਐਂਡ ਆਪਦੀ ਇੱਕ ਪਾਰਟੀ ਬਣਾਉਂਦੇ ਇੰਡੀਪੈਂਡੈਂਟ ਲੇਬਰ ਪਾਰਟੀ ਐਂਡ ਹੀ ਵਿਨ ਸਮ ਆਫ ਦ ਸੀਟਸ ਜੋ ਡਿਪਰੈਸ ਕਲਾਸਿਸ ਲਈ ਰਿਜ਼ਰਵ ਕੀਤੀਆਂ ਜਾਂਦੀਆਂ। 1940 ਦੇ ਵਿੱਚ ਬਹੁਤ ਹੀ ਜ਼ਿਆਦਾ ਜ਼ਬਰਦਸਤ ਡਿਵੈਲਪਮੈਂਟ ਹੁੰਦੀ ਹੈ ਜਦੋਂ ਪਾਕਿਸਤਾਨ ਦਾ ਰੈਜ਼ੋਲੂਸ਼ਨ ਪਾਸ ਕੀਤਾ ਜਾਂਦਾ ਬਾਏ ਆਲ ਇੰਡੀਆ ਮੁਸਲਿਮ ਲੀਗ ਵੱਲੋਂ। ਉਹਦੇ ਤੇ ਇਹਨਾਂ ਬਾਰੇ ਡਿਸਕਸ਼ਨ ਇਹਨਾਂ ਨੂੰ ਪੁੱਛਿਆ ਜਾਂਦਾ ਕਿ ਤੁਹਾਨੂੰ ਕੀ ਲੱਗਦਾ ਪਾਕਿਸਤਾਨ ਬਾਰੇ। ਤਾਂ ਹੀ ਰਾਈਟਸ ਅ ਵੈਰੀ ਇੰਪੋਰਟੈਂਟ ਆਰਟੀਕਲ ਕਾਲਡ ਥਾਟਸ ਔਨ ਪਾਕਿਸਤਾਨ। ਇਹਦੇ ਵਿੱਚ 400 ਵਰਡਸ ਦੇ ਵਿੱਚ ਆਰਟੀਕਲ ਲਿਖਿਆ ਜਾਂਦਾ ਹੈ ਐਂਡ ਇਨ ਫੈਕਟ ਇਹ ਆਰਗਿਊ ਕਰਦੇ ਹੈ ਕਿ ਪਾਕਿਸਤਾਨ ਦਾ ਆਈਡੀਆ ਸਹੀ ਹੈ। ਅਗਰ ਇੱਕ ਕਮਿਊਨਿਟੀ ਆਪਣਾ ਦੇਸ਼ ਅਲੱਗ ਤੋਂ ਬਣਾਉਣਾ ਚਾਹੁੰਦੀ ਹੈ ਤਾਂ ਸੈਲਫ ਜੋ ਤੁਹਾਡੀ ਡਿਸੀਜਨ ਹੈ
ਸੈਲਫ ਡਿਟਰਮੀਨੇਸ਼ਨ ਹੈ ਉਹ ਹੋਣੀ ਬਹੁਤ ਜ਼ਰੂਰੀ ਹੈ। ਸੋ ਇਹ ਬੜਾ ਡਿਬੇਟੇਬਲ ਜਿਹਾ ਰਹਿੰਦਾ ਬਿਕੋਜ਼ ਇਸ 'ਤੇ ਜਿਹੜੇ ਆਪਣੇ ਨੈਸ਼ਨਲਿਸਟ ਹੈਗੇ ਆ ਉਹ ਬਹੁਤ ਜ਼ਿਆਦਾ ਇਹਨਾਂ ਨੂੰ ਜੋ ਹੈ ਗਲਤ ਮਲਤ ਬੋਲਦੇ ਆ ਕਿ ਬਈ ਇਹ ਦੇਖੋ ਇੰਡੀਆ ਦੀ ਪਾਰਟੀਸ਼ਨ ਦੀ ਗੱਲ ਕਰ ਰਹੇ XYZ। 1947 ਦੇ ਵਿੱਚ ਜਦੋਂ ਦੇਸ਼ ਆਪਣਾ ਆਜ਼ਾਦ ਹੋ ਜਾਂਦਾ ਹੈ, ਲੇਕਿਨ ਇੱਕ ਸਭ ਤੋਂ ਵੱਡਾ ਚੈਲੰਜ ਇਹ ਹੁੰਦਾ ਹੈ ਕਿ ਦੇਸ਼ ਕਿਵੇਂ ਅੱਗੇ ਚੱਲੂਗਾ। ਤਾਂ ਉਹਦੇ ਲਈ ਕਨਸਟੀਟਿਊਟ ਅਸੈਂਬਲੀ ਬਣਾਈ ਜਾਂਦੀ ਹੈ ਜੋ ਕਨਸਟੀਟਿਊਸ਼ਨ ਨੂੰ ਰੈਟੀਫਾਈ ਕਰਨ ਵਾਸਤੇ ਬਣਾਈ ਜਾਂਦੀ ਹੈ, ਲੇਕਿਨ ਇਸ ਕਨਸਟੀਟਿਊਸ਼ਨ ਦੇ ਡਰਾਫਟ ਨੂੰ ਬਣਾਉਣ ਦੀ ਜ਼ਿੰਮੇਵਾਰੀ ਇੱਕ ਇਹੋ ਜਿਹੀ ਪਰਸਨੈਲਿਟੀ ਨੂੰ ਦੇਣਾ ਚਾਹੀਦਾ ਹੈ ਕਿ ਜਿਹੜਾ ਸਭ ਤੋਂ ਜ਼ਿਆਦਾ ਨੌਲੇਜੇਬਲ ਹੈ ਉਸ ਟਾਈਮ 'ਤੇ। ਤਾਂ ਜਵਾਹਰ ਲਾਲ ਨਹਿਰੂ ਕਹਿੰਦੇ ਕਿ ਦੇਰ ਇਜ਼ ਨੋਬਡੀ ਐਲਸ ਦੈਨ ਡਾਕਟਰ BR ਅੰਬੇਡਕਰ ਜੋ ਇਸ ਰਿਸਪੌਂਸਿਬਿਲਿਟੀ ਨੂੰ ਹੋਲਡ ਕਰਨਗੇ। ਡਾਕਟਰ BR ਅੰਬੇਡਕਰ BN ਰਾਓ ਦੇ ਨਾਲ ਮਿਲ ਕੇ ਇੰਡੀਆ ਦਾ ਤੇ ਵਰਲਡ ਦੀ ਸਭ ਤੋਂ ਲਾਰਜੈਸਟ ਡੈਮੋਕ੍ਰੇਸੀ ਦਾ ਕਨਸਟੀਟਿਊਸ਼ਨ, ਸਭ ਤੋਂ ਲਾਰਜੈਸਟ ਤੇ ਸਭ ਤੋਂ ਡਾਈਵਰਸ ਡੈਮੋਕ੍ਰੇਸੀ ਦਾ ਕਨਸਟੀਟਿਊਸ਼ਨ ਦੀ ਡਰਾਫਟਿੰਗ ਕਮੇਟੀ ਦੇ ਚੇਅਰਮੈਨ ਬਣਦੇ ਹੈ। ਇਹਨਾਂ ਦੀ ਇੱਕ ਬੜੀ ਫੇਮਸ ਕੋਟੇਸ਼ਨ ਹੈ ਕਿ ਮੈਂ ਕਿਸੇ ਵੀ ਸੁਸਾਇਟੀ ਦੀ ਪ੍ਰੋਗਰੈਸ ਨੂੰ ਮੈਜ਼ਰ ਕਰਦਾ ਹੈ ਕਿ ਉਹ ਸੁਸਾਇਟੀ ਦੀ ਵਿਮਨ ਕਿੰਨੀ ਐਮਪਾਵਰਡ ਹੈ। ਤੋ ਮੈਂ ਤਾਂ ਇਹ ਕਹੂੰਗਾ ਕਿ ਡਾਕਟਰ BR ਅੰਬੇਡਕਰ ਓਰੀਜਨਲ ਫੈਮਿਨਿਸਟ ਵੀ ਰਹੇ ਹੈ ਜਦੋਂ ਇਹਨਾਂ ਨੇ ਹਿੰਦੂ ਮੈਰਿਜ ਐਕਟ ਦੇ ਵਿੱਚ ਪੋਲੀਗੈਮੀ ਨੂੰ ਬੈਨ ਕੀਤਾ। In the last years of his life, Dr. Ambedkar बड़े philosophical हो जाते हैं and he starts to think about converting his religion and इन्ना कोले options ਹੁੰਦੀਆਂ ਕਿ ਕਿਹੜਾ ਧਰਮ ਕਨਵਰਟ ਕਰੇ। तो ਸਿੱਖੀਜ਼ਮ ਦੇ ਵੱਲ ਇਹਨਾਂ ਦਾ ਝੁਕਾਵ ਵੱਧਦਾ ਹੈ ਬਿਕੋਜ਼ ਤੁਹਾਨੂੰ ਪਤਾ ਹੈ ਕਿ ਗੁਰੂ ਨਾਨਕ ਦੇਵ ਜੀ ਨੇ ਸਿੱਖੀਜ਼ਮ ਐਜ਼ ਅ ਰਿਲੀਜਨ ਸਟਾਰਟਡ ਐਜ਼ ਅ ਐਂਟੀ ਕਾਸਟ ਮੂਵਮੈਂਟ, ਲੇਕਿਨ ਸਿੱਖੀਜ਼ਮ ਰਿਲੀਜਨ ਦੇ ਵਿੱਚ ਜ਼ਿਆਦਾ ਇੰਟਰਸਟ ਬਾਅਦ ਚੋਂ ਨਹੀਂ ਲੈਂਦੇ ਬਿਕੋਜ਼ ਇਹਨਾਂ ਲੱਗਦਾ ਕਿ ਸ਼ਾਇਦ ਇਹ ਸੈਕੰਡ ਕਲਾਸ ਸਿੱਖ ਦਾ ਇਹਨਾਂ ਨੂੰ ਦਰਜਾ ਮਿਲ ਜੇ। ਉਸ ਤੋਂ ਬਾਅਦ ਇਹਨਾਂ ਦਾ ਝੁਕਾਵ ਬੁੱਧਿਜ਼ਮ ਵੱਲ ਚਲਾ ਜਾਂਦਾ ਹੈ ਐਂਡ ਇਵੈਂਚੁਅਲੀ ਇਹ ਤੇ ਇਹਨਾਂ ਦੀ ਜਿਹੜੀ ਸੈਕੰਡ ਵਾਈਫ ਹੈ ਉਹਨਾਂ ਨਾਲ ਮਿਲ ਕੇ ਐਂਡ ਆਲਮੋਸਟ 50,000 ਸਪੋਰਟਰਸ ਨਾਲ ਮਿਲ ਕੇ ਆਪਣੇ ਆਪ ਨੂੰ ਇਹ ਬੁੱਧਿਸਟ ਰਿਲੀਜਨ ਦੇ ਵਿੱਚ ਜੋ ਹੈ ਕਨਵਰਟ ਕਰ ਲੈਂਦੇ ਹੈ। मैं भगवान बुद्ध के बताए हुए 10 नीति वचनों का पालन करूंगा। मैं सारे पशुओं के साथ करुणा का व्यवहार करूंगा। मैं सारे मनुष्यों को एक समान समझूंगा। मैं गौतम बुद्ध के धम्म का स्वीकार करूंगा और अपना पुराना धर्म छोड़ दूंगा जो मनुष्य जाति की प्रगति में बाधक है और जो मनुष्य को घृणा की नजर से देखता है। इसके साथ मेरा नया जन्म होगा। मैं ना तो हिंदू देवताओं की पूजा करूंगा और ना ही हिंदू कर्मकांडों का पालन। आज के बाद जो 3 सिद्धांत बुद्ध ने बताए हैं, प्रज्ञा, सन्मार्ग और करुणा, जीवन भर मेरे कर्मों को दिशा देते रहेंगे। Uh, 1948 ਦੇ ਵਿੱਚ ਤਕਰੀਬਨ 7-8 ਸਾਲ ਪਹਿਲਾਂ ਇਹਨਾਂ ਨੂੰ ਡਾਇਬੀਟੀਜ਼ ਡਾਇਗਨੋਸ ਕੀਤਾ ਜਾਂਦਾ ਹੈ ਐਂਡ 6 ਦਸੰਬਰ 1956 ਦੇ ਵਿੱਚ ਫਾਈਨਲੀ ਡਿਊ ਟੂ ਡਾਇਬੀਟੀਜ਼ ਇਹਨਾਂ ਦੀ ਨੈਚੁਰਲ ਡੈਥ ਹੋ ਜਾਂਦੀ ਹੈ। ਜਿਸ ਦਿਨ ਆਪਾਂ ਮਹਾਪਰਿਨਿਰਵਾਣਾ ਸੈਲੀਬ੍ਰੇਟ ਕਰਦੇ ਹਾਂ ਐਂਡ ਰੀਸੈਂਟਲੀ ਤੁਸੀਂ ਦੇਖਿਆ ਹੋਊਗਾ ਕਿ ਆਹੀ 3-4 ਦਿਨ ਪਹਿਲਾਂ ਇਹਨਾਂ ਦਾ ਮਹਾਪਰਿਨਿਰਵਾਣਾ ਦਿਵਸ ਵੀ ਸੈਲੀਬ੍ਰੇਟ ਕੀਤਾ ਗਿਆ ਸੀ। ਡਾਕਟਰ BR ਅੰਬੇਡਕਰ ਦੀ ਲਾਈਫ, ਉਹਨਾਂ ਦੀ ਸਟਰਗਲਸ, ਉਹਨਾਂ ਦੀ ਫਿਲਾਸਫੀਜ਼ ਆਉਣ ਵਾਲੀਆਂ ਜਨਰੇਸ਼ਨਸ ਲਈ ਇਨਸਪੀਰੇਸ਼ਨ ਹੈ। ਹੇਟ ਕੀ ਕਰ ਦਿੰਦੀ ਹੈ ਇਨਸਾਨ ਲਈ, ਉਹਦਾ ਸਭ ਨੂੰ ਪਤਾ ਹੈ ਕਿ ਕਿਵੇਂ ਆਪਾਂ ਰਾਈਟਸ, ਕਮਿਊਨਲ ਦੰਗੇ ਐਂਡ ਇਹ ਸਾਰੀ ਚੀਜ਼ਾਂ। ਡਾਕਟਰ ਅੰਬੇਡਕਰ ਦਾ ਮੈਸੇਜ ਬਿਲਕੁਲ ਸਿੰਪਲ ਸੀਗਾ ਕਿ ਲਵ ਇਜ਼ ਦ ਵੇ ਫਾਰਵਰਡ। 3 ਚੀਜ਼ਾਂ ਬੜੀ ਜ਼ਰੂਰੀ ਹੈ, ਲਿਬਰਟੀ, ਇਕੁਐਲਿਟੀ ਤੇ ਫਰਟਰਨਿਟੀ। social revolution is more important than political revolution and last but not the least ਇਹਨਾਂ ਦਾ ਕਹਿਣਾ ਹੈ ਕਿ the ultimate purpose of a human being is the cultivation of mind। तो अगर है ना ਸਾਰੇ ਸਵਾਲ ਪੁੱਛਦੇ ਕਿ ਆਪਣਾ ਬੇਸਿਕਲੀ ਪਰਪਸ ਕੀ ਹੈ ਜ਼ਿੰਦਗੀ ਦੇ ਵਿੱਚ, तो डॉक्टर BR ਅੰਬੇਡਕਰ ਦੇ ਅਕੋਰਡਿੰਗਲੀ it is the cultivation of mind। तो ਅੱਜ ਦਾ ਹਿਸਟਰੀ ਮੇਕਰਸ ਦੇ ਵਿੱਚ ਆਪਾਂ ਗੱਲ ਕੀਤੀ ਡਾਕਟਰ BR ਅੰਬੇਡਕਰ ਦੇ ਬਾਰੇ। ਅਗਰ ਤੁਹਾਨੂੰ ਸੈਸ਼ਨ ਪਸੰਦ ਆਇਆ ਹੋਵੇ तो चैनल ਨੂੰ सब्सक्राइब ज़रूर करियो
ਵੀਡੀਓ ਨੂੰ ਸ਼ੇਅਰ ਕਰਿਓ ਐਂਡ ਇੱਕ ਲਾਈਕ ਦਬ ਦਿਓ ਐਂਡ ਡਾਕਟਰ ਬੀ ਆਰ ਅੰਬੇਡਕਰ ਦੇ ਉੱਪਰ ਪੋਜ਼ਿਟਿਵ ਗੱਲਾਂ ਲਈ ਜ਼ਰੂਰ ਕਮੈਂਟ ਬਾਕਸ ਦੇ ਵਿੱਚ ਉਹਨਾਂ ਦੇ ਬਾਰੇ ਪੋਜ਼ਿਟਿਵ ਗੱਲ ਹੀ ਲਿਖਿਓ। ਸਤਿ ਸ਼੍ਰੀ ਅਕਾਲ ਜੀ।